गुड मॉर्निंग स्टूडेंट्स। ਅਸੀਂ ਆਪਣੇ ਪ੍ਰੀਵੀਅਸ ਲੈਕਚਰ ਦੇ ਵਿੱਚ ਅਸੀਂ ਫਰਸਟ ਚੈਪਟਰ ਰੀਪਰੋਡਕਸ਼ਨ ਇਨ ਆਰਗੇਨਿਜ਼ਮਸ ਸ਼ੁਰੂ ਕੀਤਾ ਸੀ ਤੇ ਅਸੀਂ ਉਸ ਵਿੱਚ ਕੁਝ ਟੌਪਿਕਸ ਕੀਤੇ ਸੀ। ਲਾਈਫ ਸਪੈਨ, ਏਸੈਕਸੁਅਲ ਰੀਪਰੋਡਕਸ਼ਨ ਤੇ ਉਹਦੀਆਂ ਟਾਈਪਸ ਕੀਤੀਆਂ ਸੀਗੀਆਂ ਐਂਡ ਏਸੈਕਸੁਅਲ ਰੀਪਰੋਡਕਸ਼ਨ ਇਜ਼ ਨੋਨ ਐਜ਼ ਵੈਜੀਟੇਟਿਵ ਪ੍ਰੋਪਗੇਸ਼ਨ ਇਨ ਪਲਾਂਟਸ ਤੇ ਅਸੀਂ ਯੂਨਿਟਸ ਆਫ ਵੈਜੀਟੇਟਿਵ ਪ੍ਰੋਪਗਿਊਲਸ ਕੀਤੇ ਸੀਗੇ ਐਂਡ ਅਸੀਂ ਇੱਕ ਟੌਪਿਕ ਕੀਤਾ ਸੀਗਾ ਟੈਰਰ ਆਫ ਬੰਗਾਲ। वाटर हाइसिंथ इज नोन एज टेरर ऑफ बंगाल क्योंकि ये जिहड़ी वीड है इनवेसिव वीड है बड़ी तेजी नाल फैल जाती है दैट्स वाई। सो असी अपना अज दा टॉपिक साडा हैगा आ सैक्सुअल रिप्रोडक्शन। Sexual reproduction involves the formation of male and female gametes either by the same individual or by different individuals of opposite sex. What is sexual reproduction? It involves the formation of male and female gametes either by the same individual or by different individuals of opposite sex. ਅਸੀਂ ਕੱਲ ਵੈਸੇ ਕੀਤਾ ਹੀ ਸੀਗਾ ਕਿ ਜਿਹੜੀ ਸੈਕਸੁਅਲ ਰੀਪਰੋਡਕਸ਼ਨ ਹੈਗੀ ਉਹਦੇ ਵਿੱਚ ਮੇਲ ਐਂਡ ਫੀਮੇਲ ਗੈਮੀਟਸ ਬਣਦੇ ਹੈਗੇ ਆ ਔਰ ਜਦੋਂ ਫਿਊਜ਼ ਹੁੰਦੇ ਹੈਗੇ ਜ਼ਾਈਗੋਟ ਬਣਦਾ ਹੈ, ਜ਼ਾਈਗੋਟ ਤੋਂ ਅੱਗੇ ਐਮਬ੍ਰਿਓ ਬਣਦਾ ਹੈ ਐਂਡ ਦੈਨ ਇਟ ਡਿਵੈਲਪਸ ਇਨਟੂ ਅ ਨਿਊ ਆਰਗੇਨਿਜ਼ਮ। ਹੁਣ ਇੱਥੇ ਇਹ ਗੱਲ ਆਈ ਹੈ ਐਕਸੈਪਸ਼ਨਲ ਕੇਸਿਸ ਆਰ ਆਲਵੇਜ਼ देयर either by the same individual or by different individuals of opposite sex. Same individual ਅਸੀਂ ਬੇਟੇ +1 ਦੇ ਵਿੱਚ ਵੀ ਅਸੀਂ ਕੀਤਾ ਸੀਗਾ ਇਹ ਥੋੜਾ ਜਿਹਾ। ਸੇਮ ਇੰਡੀਵਿਜੂਅਲ ਦਾ ਮਤਲਬ ਕੀ ਹੈਗਾ ਆ, ਅਸੀਂ ਉਹਨੂੰ ਕਹਿ ਦਾਂਗੇ ਬਾਈਸੈਕਸੁਅਲ ਆਰਗੇਨਿਜ਼ਮ। बाइसेक्सुअल ऑर्गेनिजम्स और ਉਹਦੇ ਲਈ ਅਸੀਂ ਇੱਕ ਟਰਮ ਕੀਤੀ ਸੀ ਹਰਮੈਫਰੋਡਾਈਟ। ਇਹਦਾ ਮਤਲਬ ਕੀ ਹੈਗਾ ਆ ਕਿ ਆਰਗੇਨਿਜ਼ਮ ਜਿਹੜਾ ਬਾਈਸੈਕਸੁਅਲ ਆਰਗੇਨਿਜ਼ਮਸ ਕਿਹੜੇ ਹੁੰਦੇ ਆ, ਉਹ ਆਰਗੇਨਿਜ਼ਮਸ ਹੈਵਿੰਗ ਬੋਥ ਮੇਲ ਐਂਡ ਫੀਮੇਲ ਰੀਪਰੋਡਕਟਿਵ ਆਰਗਨਸ, ਹੈਵਿੰਗ ਬੋਥ ਮੇਲ ਐਂਡ ਫੀਮੇਲ ਰੀਪਰੋਡਕਟਿਵ ਆਰਗਨਸ। ਜਿਵੇਂ ਇਹਦੀ ਅਸੀਂ ਐਗਜ਼ਾਮਪਲਸ ਜੇ ਅਸੀਂ ਗੱਲ ਕਰੀਏ ਐਨੀਮਲ ਦੀ ਤਾਂ ਅਸੀਂ ਇਹਦੀ ਐਗਜ਼ਾਮਪਲ ਅਸੀਂ ਕੀਤੀ ਸੀਗੀ ਅਰਥਵਰਮ। ਅਰਥਵਰਮ ਇਜ਼ ਨੋਨ ਐਜ਼ hermaphrodite organism because it has both male and female reproductive organs. ਇਹਦੇ ਵਿੱਚ testes and ovaries both are present. ਸਾਡੇ ਕੋਲ ਪਲਾਂਟਸ ਦੀਆਂ ਵੀ ਕਾਫੀ ਐਗਜ਼ਾਮਪਲਸ ਹੈ, ਅਸੀਂ +1 ਦੇ ਵਿੱਚ ਵੀ ਕੀਤਾ ਹੈਗਾ ਆ, ਸ਼ੋ ਵੀ ਕੀਤਾ ਸੀ ਜਦੋਂ ਅਸੀਂ ਪ੍ਰੈਕਟੀਕਲ ਕੀਤਾ ਆ ਕਿ ਹਿਬਿਸਕਸ ਜਿਹੜਾ ਫਲਾਵਰ ਹੈ ਜਿਹਨੂੰ ਅਸੀਂ ਸ਼ੂ ਫਲਾਵਰ ਕਹਿੰਦੇ ਆ ਉਹਦੇ ਵਿੱਚ ਬੋਥ ਸਟੇਮਨਸ ਐਂਡ ਕਾਰਪਲ। ਸਟੇਮਨ ਇਜ਼ ਨੋਨ ਐਜ਼ ਮੇਲ ਰੀਪਰੋਡਕਟਿਵ ਆਰਗਨ ਇਨ ਫਲਾਵਰ ਐਂਡ ਕਾਰਪਲ ਇਜ਼ ਨੋਨ ਐਜ਼ ਫੀਮੇਲ ਰੀਪਰੋਡਕਟਿਵ ਆਰਗਨ। ਸੋ ਇਹ ਤਾਂ ਹੋ ਗਿਆ ਕਿ ਸੇਮ ਇੰਡੀਵਿਜੂਅਲ ਦੇ ਵਿੱਚ ਜੇ ਬੋਥ ਮੇਲ ਐਂਡ ਫੀਮੇਲ ਆਰਗਨਸ ਆਰ ਪ੍ਰੈਜ਼ੈਂਟ ਤਾਂ ਉਸ ਨੂੰ ਅਸੀਂ ਬਾਈਸੈਕਸੁਅਲ ਆਰਗੇਨਿਜ਼ਮ ਜਾਂ ਹਰਮੈਫਰੋਡਾਈਟ ਕਹਿੰਦੇ ਹਾਂ। ਉਹਦੀ ਐਗਜ਼ਾਮਪਲ ਅਰਥਵਰਮ ਆ ਗਈ ਤੇ ਡਿਫਰੈਂਟ ਇੰਡੀਵਿਜੂਅਲਸ ਆਫ ਆਪੋਜ਼ਿਟ ਸੈਕਸ। ਇਹਦੀ ਅਸੀਂ ਐਗਜ਼ਾਮਪਲ ਅਸੀਂ ਕਰ ਸਕਦੇ ਹੈਗੇ ਆ कि डिफरेंट इंडिविजुअल्स ऑफ ऑपोजिट सेक्स
ਅਜਿਹੇ ਆਰਗੇਨਿਜ਼ਮਸ ਨੂੰ ਅਸੀਂ ਯੂਨੀਸੈਕਸੁਅਲ ਆਰਗੇਨਿਜ਼ਮਸ ਕਹਿੰਦੇ ਆ। ਯੂਨੀ ਮੀਨਸ ਵਨ, ਯਾਨੀ ਕਿ ਇੱਕ ਆਰਗੇਨਿਜ਼ਮ ਜਿਹੜਾ ਹੈਗਾ ਆ ਉਹਦੇ ਵਿੱਚ ਜਾਂ ਤਾਂ ਮੇਲ ਰੀਪਰੋਡਕਟਿਵ ਆਰਗਨ ਪ੍ਰੈਜ਼ੈਂਟ ਹੋਵੇਗਾ ਜਾਂ ਫੀਮੇਲ ਰੀਪਰੋਡਕਟਿਵ ਆਰਗਨ ਪ੍ਰੈਜ਼ੈਂਟ ਹੋਵੇਗਾ। ਆਈਦਰ ਉਹਦੇ ਵਿੱਚ ਟੈਸਟਿਸ ਪ੍ਰੈਜ਼ੈਂਟ ਹੋਣਗੀਆਂ ਜਾਂ ਉਹਦੇ ਵਿੱਚ ਓਵਰੀ ਪ੍ਰੈਜ਼ੈਂਟ ਹੋਏਗੀ। ਮੇਲਸ ਵਿੱਚ ਟੈਸਟਿਸ ਹੁੰਦੀਆਂ ਰੀਪਰੋਡਕਟਿਵ ਆਰਗਨਸ ਐਂਡ ਫੀਮੇਲਸ ਵਿੱਚ ਓਵਰੀ ਹੁੰਦੀ ਹੈ ਰੀਪਰੋਡਕਟਿਵ ਆਰਗਨ। ਔਰ ਉਹਦੀ ਅਸੀਂ ਐਗਜ਼ਾਮਪਲ ਕਰ ਸਕਦੇ ਹਾਂ ਹਿਊਮਨਸ ਜਿਹੜੇ ਹੈਗੇ ਆ ਉਹ ਵੀ ਯੂਨੀਸੈਕਸੁਅਲ ਆਰਗੇਨਿਜ਼ਮਸ ਹੈਗੇ ਆ। ਉਸ ਤੋਂ ਬਾਅਦ ਹੋਰ ਵੀ ਕਈ ਮੈਮਲਸ ਦੀਆਂ ਤੁਹਾਡੇ ਕੋਲ ਐਗਜ਼ਾਮਪਲਸ ਹੈਗੀਆਂ ਆ। ਜੇ ਅਸੀਂ ਪਲਾਂਟ ਦੀ ਗੱਲ ਕਰੀਏ ਤਾਂ ਪਪਾਇਆ, ਇਟ ਇਜ਼ ਯੂਨੀਸੈਕਸੁਅਲ ਪਲਾਂਟ। ਸੋ ਬੇਟੀ ਆ ਕੁਝ ਟਰਮਸ ਸੀਗੀਆਂ ਡੈਫੀਨੇਸ਼ਨ ਦੇ ਨਾਲ ਹੀ ਬਾਈਸੈਕਸੁਅਲ ਐਂਡ ਯੂਨੀਸੈਕਸੁਅਲ ਆਰਗੇਨਿਜ਼ਮਸ। ਹੁਣ ਅਸੀਂ ਗੱਲ ਕਰੀਏ ਸੈਕਸੁਅਲ ਰੀਪਰੋਡਕਸ਼ਨ ਦੇ ਵਿੱਚ ਕੀ ਹੁੰਦਾ ਆ, ਮੇਲ ਐਂਡ ਫੀਮੇਲ ਗੈਮੀਟਸ ਦੋਨੋਂ ਫਿਊਜ਼ ਹੁੰਦੇ ਆ ਐਂਡ ਇਟ ਗਿਵ ਰਾਈਜ਼ ਟੂ ਜ਼ਾਈਗੋਟ। ਇਸ ਪ੍ਰੋਸੈਸ ਨੂੰ ਜਿਹਦੇ ਵਿੱਚ ਮੇਲ ਐਂਡ ਫੀਮੇਲ ਗੈਮੀਟਸ ਆਪਸ ਵਿੱਚ ਫਿਊਜ਼ ਹੁੰਦੇ ਆ ਉਸ ਪ੍ਰੋਸੈਸ ਨੂੰ ਅਸੀਂ ਫਰਟੀਲਾਈਜੇਸ਼ਨ ਪ੍ਰੋਸੈਸ ਕਹਿੰਦੇ ਆ। ਗੈਮੀਟ ਬਣਦਾ ਆ, ਸੌਰੀ ਜ਼ਾਈਗੋਟ ਬਣਦਾ ਆ ਐਂਡ ਜ਼ਾਈਗੋਟ ਡਿਵੈਲਪਸ ਇਨਟੂ ਅ ਨਿਊ ਇੰਡੀਵਿਜੂਅਲ, develops into new organism। ਸੋ ਇਹ ਤਾਂ ਹੋ ਗਿਆ ਸੈਕਸੁਅਲ ਰੀਪਰੋਡਕਸ਼ਨ ਬਾਰੇ। ਅਸੀਂ ਕੱਲ ਏਸੈਕਸੁਅਲ ਰੀਪਰੋਡਕਸ਼ਨ ਕੀਤਾ ਆ, ਅੱਜ ਥੋੜਾ ਜਿਹਾ ਸੈਕਸੁਅਲ ਰੀਪਰੋਡਕਸ਼ਨ ਦਾ ਹੋ ਗਿਆ। ਬੇਟੇ ਆਰਗੇਨਿਜ਼ਮਸ ਜਿਹੜੇ ਹੈਗੇ ਆ ਸਾਡੀ ਅਰਥ ਤੇ ਡਾਈਵਰਸਿਟੀ ਹੈਗੀ ਹੈ, ਡਿਫਰੈਂਟ ਕਾਈਂਡਸ ਆਫ ਆਰਗੇਨਿਜ਼ਮਸ ਆਰ ਪ੍ਰੈਜ਼ੈਂਟ ਔਨ ਆਵਰ ਅਰਥ। ਪਰ ਜੇ ਅਸੀਂ ਗੱਲ ਕਰੀਏ ਏਸੈਕਸੁਅਲ ਰੀਪਰੋਡਕਸ਼ਨ ਦੇ ਮੈਕੈਨਿਜ਼ਮ ਦੀ, ਪ੍ਰੋਸੈਸ ਦੀ, ਤਾਂ ਸਾਰੇ ਹੀ ਜਿਹੜੇ ਆਰਗੇਨਿਜ਼ਮਸ ਹੈਗੇ ਆ ਉਹਨਾਂ ਦਾ ਸੇਮ ਪੈਟਰਨ ਹੈ ਸੈਕਸੁਅਲ ਰੀਪਰੋਡਕਸ਼ਨ ਦਾ ਕਿ ਮੇਲ ਐਂਡ ਫੀਮੇਲ ਗੈਮੀਟਸ ਬਣਦੇ ਆ, ਦੇ ਫਿਊਜ਼ ਐਂਡ ਗਿਵ ਰਾਈਜ਼ ਟੂ ਜ਼ਾਈਗੋਟ ਐਂਡ ਜ਼ਾਈਗੋਟ ਡਿਵੈਲਪਸ ਇਨਟੂ ਅ ਨਿਊ ਇੰਡੀਵਿਜੂਅਲ। ਹੁਣ ਅਸੀਂ ਏਸੈਕਸੁਅਲ ਔਰ ਸੈਕਸੁਅਲ ਰੀਪਰੋਡਕਸ਼ਨ ਕਰ ਲਈ ਹੈ ਤਾਂ ਅਸੀਂ ਬੜੀ ਆਰਾਮ ਦੇ ਨਾਲ ਏਸੈਕਸੁਅਲ ਰੀਪਰੋਡਕਸ਼ਨ ਔਰ ਸੈਕਸੁਅਲ ਰੀਪਰੋਡਕਸ਼ਨ ਦੇ ਵਿੱਚ ਅਸੀਂ ਜਿਹੜਾ ਡਿਫਰੈਂਸ ਹੈਗਾ ਆ ਉਹ ਕਰ ਸਕਦੇ ਹੈਗੇ ਆ। ਇਹਦੇ ਪੁਆਇੰਟਸ ਅਸੀਂ ਕਰ ਸਕਦੇ ਹੈਗੇ ਆ, ਤੁਸੀਂ ਨੋਟ ਕਰ ਸਕਦੇ ਹੋ। ਏਸੈਕਸੁਅਲ ਰੀਪਰੋਡਕਸ਼ਨ ਅਸੀਂ ਗੱਲ ਕੀਤੀ ਹੈ ਕਿ ਇਹਦੇ ਵਿੱਚ ਸਿੰਗਲ ਪੇਰੈਂਟ ਇਨਵੋਲਵ ਹੁੰਦਾ ਹੈ ਐਂਡ ਸੈਕਸੁਅਲ ਰੀਪਰੋਡਕਸ਼ਨ ਦੇ ਵਿੱਚ ਕੀ ਹੈਗਾ ਆ, ਟੂ ਪੇਰੈਂਟਸ ਆਰ ਇਨਵੋਲਵ। ਬਾਕੀ ਐਕਸੈਪਸ਼ਨਲ ਕੇਸਿਸ ਹੁੰਦੇ ਆ, ਉਹ ਅਸੀਂ ਹੁਣੀ ਕੀਤਾ ਹੀ ਸੀ ਅਰਥੋਨ ਦਾ। ਅਸੀਂ ਸੈਕੰਡ ਡਿਫਰੈਂਸ ਇਹਦਾ ਕਰ ਸਕਦੇ ਹੈਗੇ ਆ ਕਿ asexual reproduction ਵਿੱਚ ਕੀ ਹੁੰਦਾ, no formation of gametes, gametes ਨਹੀਂ ਬਣਦੇ ਇਹਦੇ ਵਿੱਚ। ਪਰ sexual reproduction ਦੇ ਵਿੱਚ ਕੀ ਹੁੰਦਾ, formation of gametes, male and female gametes ਇਹਦੇ ਵਿੱਚ ਬਣਦੇ ਆ। ਥਰਡ ਡਿਫਰੈਂਸ ਹੋ ਗਿਆ ਕਿ ਜਿਹੜੀ asexual reproduction ਹੈ it is a simple process and sexual reproduction is a complex process। fourth difference ਅਸੀਂ ਕਰ ਸਕਦੇ ਹਾਂ ਕਿ asexual reproduction ਜਿਹੜੀ ਹੈ fast process ਹੈਗੀ ਹੈ, ਕਾਫੀ ਘੱਟ ਸਮਾਂ ਲੈਂਦੀ ਹੈਗੀ ਹੈ ਇਹ ਕੰਪਲੀਟ ਹੋਣ ਦੇ ਲਈ and sexual reproduction ਜਿਹੜੀ ਹੈਗੀ ਹੈ it is a slow process, ਇਹਨੂੰ ਟਾਈਮ ਲੱਗਦਾ ਹੈ। fifth ਹੈਗਾ ਯਾਰ asexual reproduction is a short process and sexual reproduction is a elaborate process। next difference ਅਸੀਂ ਲਿਖ ਸਕਦੇ ਹਾਂ ਕਿ ਹੁਣ asexual reproduction ਦੇ ਵਿੱਚ ਕੀ ਹੁੰਦਾ, ਸਿੰਗਲ ਪੇਰੈਂਟ ਤੋਂ ਹੀ ਨਿਊ ਆਰਗੇਨਿਜ਼ਮ ਬਣਦਾ ਹੈਗਾ ਆ and it is morphologically and genetically similar to its parent। ਔਰ even ਜਿਹੜੇ young ones ਹੁੰਦੇ ਹੈਗੇ ਆ ਉਹ ਵੀ ਆਪਸ ਦੇ ਵਿੱਚ ਸਿਮਿਲਰ ਹੁੰਦੇ, ਕੋਈ ਵੇਰੀਏਸ਼ਨ ਨਹੀਂ ਹੁੰਦੀ ਹੈ। it is no variation takes place। ਪਰ asexual reproduction ਦੇ ਵਿੱਚ ਕੀ ਹੁੰਦਾ ਆ ਕਿ ਮੇਲ ਔਰ ਫੀਮੇਲ ਦੋ ਡਿਫਰੈਂਟ ਪੇਰੈਂਟਸ ਜਿਹੜੇ ਹੈਗੇ ਆ ਉਹਨਾਂ ਵਿੱਚੋਂ ਗੈਮੀਟਸ ਆ ਕੇ ਉਹ ਫਿਊਜ਼ ਹੋ ਕੇ ਨਵਾਂ ਆਰਗੇਨਿਜ਼ਮ ਬਣਾਉਂਦੇ ਆ। ਔਰ ਤੁਸੀਂ ਦੇਖਿਆ ਹੋਵੇਗਾ ਜੇ ਅਸੀਂ ਆਪਣੀ ਗੱਲ ਕਰੀਏ ਕਿ ਅਸੀਂ ਆਪਣੇ ਪੇਰੈਂਟਸ ਜਿਹੜੇ ਹੈਗੇ ਆ ਉਹਨਾਂ ਤੋਂ ਅਸੀਂ
ਹੈਗੀਆਂ ਬਣੇ ਹੋਏ ਹੈਗੀਆਂ ਤਾਂ ਅਸੀਂ ਬ੍ਰਦਰ ਸਿਸਟਰ ਜਾਂ ਸਿਸਟਰ ਸਿਸਟਰਸ ਜਿਹੜੇ ਆ ਉਹ ਵੀ ਆਪਸ ਦੇ ਵਿੱਚ ਬਿਲਕੁਲ ਵੀ ਰਿਜ਼ੈਂਬਲ ਨਹੀਂ ਕਰਦੇ ਔਰ ਨਾ ਅਸੀਂ ਆਪਣੇ ਬਿਲਕੁਲ ਪੇਰੈਂਟਸ ਦੀ ਕਾਰਬਨ ਕਾਪੀ ਹੈਗੀਆਂ। ਇਸ ਲਈ ਇਹਦੇ ਵਿੱਚ ਅਸੀਂ ਕੀ ਕਹਿ ਸਕਦੇ ਹਾਂ ਕਿ ਵੇਰੀਏਸ਼ਨਸ ਆਉਂਦੀਆਂ ਆ, ਵੇਰੀਏਸ਼ਨਸ ਟੇਕਸ ਪਲੇਸ। ਸੋ ਬੇਟੇ ਇਹ ਮੈਂ ਕੁਝ ਪੁਆਇੰਟਸ ਲਿਖੇ ਹੈਗੇ ਆ ਏਸੈਕਸੁਅਲ ਔਰ ਸੈਕਸੁਅਲ ਰੀਪਰੋਡਕਸ਼ਨ ਦੇ ਵਿੱਚ ਡਿਫਰੈਂਸ ਜਿਹੜਾ ਸ਼ੋ ਕਰ ਰਹੇ ਹੈਗੇ। ਸੋ ਅਸੀਂ ਹੋ ਗਿਆ। ਉਸ ਤੋਂ ਬਾਅਦ ਹੈਗਾ ਆ ਕਿ ਸਾਰੇ organisms ਜਿਹੜੇ ਹੈਗੇ ਆ they have to reach a certain stage of growth and maturity in their life before they reproduce sexually। sexually reproduce ਕਰਨ ਤੋਂ ਪਹਿਲਾਂ ਹਰ ਇੱਕ organism ਆਪਣੀ ਲਾਈਫ ਦੇ ਵਿੱਚ ਇੱਕ certain stage of growth and maturity ਜਿਹੜੀ ਹੈਗੀ ਆ ਉਹਦੇ ਤੱਕ ਪਹੁੰਚਦਾ ਆ ਔਰ this period is known as juvenile phase। juvenile phase ਕੀ ਹੈਗਾ ਆ? it is also known as growth phase। ਇਸ ਪੀਰੀਅਡ ਦੇ ਦੌਰਾਨ growth ਹੁੰਦੀ ਹੈ ਔਰ ਜੇ ਅਸੀਂ ਪਲਾਂਟਸ ਦੀ ਗੱਲ ਕਰੀਏ ਤਾਂ ਪਲਾਂਟਸ ਦੇ ਵਿੱਚ ਇਸ ਨੂੰ ਅਸੀਂ ਵੈਜੀਟੇਟਿਵ ਫੇਜ਼ ਵੀ ਕਹਿੰਦੇ ਹਾਂ। ਔਰ ਹਰ ਇੱਕ ਡਿਫਰੈਂਟ ਆਰਗੇਨਿਜ਼ਮਸ ਦੇ ਵਿੱਚ ਜਿਹੜਾ ਜੁਵੀਨਾਈਲ ਫੇਜ਼ ਹੁੰਦਾ ਆ ਇਹ ਅਲੱਗ-ਅਲੱਗ ਜਿਹੜਾ ਹੈਗਾ ਆ ਡਿਊਰੇਸ਼ਨ ਦਾ ਹੁੰਦਾ ਆ ਔਰ ਜਦੋਂ ਜੁਵੀਨਾਈਲ ਫੇਜ਼ ਐਂਡ ਹੁੰਦਾ ਹੈਗਾ ਆ ਉਸ ਤੋਂ ਬਾਅਦ ਕਿਹੜਾ ਫੇਜ਼ ਸਟਾਰਟ ਹੁੰਦਾ ਆ? ਰੀਪਰੋਡਕਟਿਵ ਫੇਜ਼। ਔਰ ਅਸੀਂ ਪਲਾਂਟਸ ਦੇ ਵਿੱਚ ਜਿਹੜਾ ਹੈਗਾ ਰੀਪਰੋਡਕਟਿਵ ਫੇਜ਼ ਸਾਨੂੰ ਬੜੀ ਆਸਾਨੀ ਦੇ ਨਾਲ ਦਿਖ ਜਾਂਦਾ ਹੈਗਾ ਆ ਕਿਉਂਕਿ ਜਦੋਂ ਪਲਾਂਟਸ ਨੂੰ ਫਲਾਵਰਸ ਲੱਗਣੇ ਸ਼ੁਰੂ ਹੋ ਜਾਂਦੇ ਆ, ਫਲਾਵਰ ਇਜ਼ ਅ ਰੀਪਰੋਡਕਟਿਵ ਆਰਗਨ, ਤਾਂ ਅਸੀਂ ਕਹਿ ਦਿੰਦੇ ਹੈਗੇ ਆ ਕਿ ਹੁਣ ਪਲਾਂਟਸ ਦੇ ਵਿੱਚ ਜਿਹੜਾ ਹੈਗਾ ਉਹ ਰੀਪਰੋਡਕਟਿਵ ਫੇਜ਼ ਸਟਾਰਟ ਹੋ ਗਿਆ। ਔਰ ਜਦੋਂ ਰੀਪਰੋਡਕਟਿਵ ਫੇਜ਼ ਐਂਡ ਹੁੰਦਾ ਆ ਉਸ ਤੋਂ ਬਾਅਦ ਕੀ ਹੁੰਦਾ ਹੈਗਾ ਆ ਕਿ ਸੀਨੈਸੈਂਸ ਫੇਜ਼ ਸਟਾਰਟ ਹੁੰਦਾ ਹੈ। ਸੀਨੈਸੈਂਸ ਫੇਜ਼ ਜਿਹੜਾ ਹੈਗਾ ਆ ਉਹਨੂੰ ਅਸੀਂ 올ਡ ਏਜ ਵੀ ਕਹਿੰਦੇ ਆ ਔਰ ਇਸ ਦੌਰਾਨ ਸੀਨੈਸੈਂਸ ਫੇਜ਼ ਦੇ ਦੌਰਾਨ ਕੀ ਹੁੰਦਾ ਆਰਗੇਨਿਜ਼ਮਸ ਦੇ ਵਿੱਚ ਕਨਕੋਮੀਟੈਂਟ ਚੇਂजेस ਆਉਂਦੀਆਂ ਆ ਯਾਨੀ ਕਿ ਕੀ ਕੁਝ ਹੁੰਦਾ ਆ ਉਹਦਾ ਮੈਟਾਬੋਲਿਜ਼ਮ ਜਿਹੜਾ ਹੈਗਾ ਆ ਉਹ ਸਲੋ ਡਾਊਨ ਹੋ ਜਾਂਦਾ ਆ ਤੇ ਫਿਰ ਸੀਨੈਸੈਂਸ ਫੇਜ਼ ਜਿਹੜਾ ਹੈਗਾ ਆ ਇਟ ਇਜ਼ ਦਾ ਲਾਸਟ ਫੇਜ਼ ਆਫ ਲਾਈਫ ਸਪੈਨ। ਹੁਣ ਅਸੀਂ ਆਪਣੇ ਪ੍ਰੀਵੀਅਸ ਲੈਕਚਰ ਵਿੱਚ ਕੀ ਕੀਤਾ ਸੀਗਾ ਕਿ ਲਾਈਫ ਸਪੈਨ ਜਿਹੜਾ ਹੈਗਾ ਆ ਉਹਨੂੰ ਉਹ ਅਸੀਂ ਕਿਹਨੂੰ ਕਹਿੰਦੇ ਆ? ਪੀਰੀਅਡ ਫਰੋਮ ਬਰਥ till natural death, that is known as life span। ਹੁਣ ਅਸੀਂ ਕਹਿ ਦਈਏ ਕਿ ਜਿਹੜਾ ਲਾਈਫ ਸਪੈਨ ਹੈਗਾ ਆ ਉਹਦੇ 3 ਫੇਜ਼ਸ ਆ। ਹੁਣੀ ਅਸੀਂ ਕਿਤੇ ਹੈਗੇ ਆ ਬਰਥ ਹੁੰਦਾ ਆ, ਉਸ ਤੋਂ ਬਾਅਦ ਜੁਵੀਨਾਈਲ ਫੇਜ਼ ਸਟਾਰਟ ਹੁੰਦਾ ਆ ਜਦੋਂ ਆਰਗੇਨਿਜ਼ਮ ਦੀ ਗਰੋਥ ਹੁੰਦੀ ਹੈ। ਜੁਵੀਨਾਈਲ ਫੇਜ਼ ਖਤਮ ਹੋਇਆ ਦੈਨ ਸਟਾਰਟ ਰੀਪਰੋਡਕਟਿਵ ਫੇਜ਼ ਜਦੋਂ ਰੀਪਰੋਡਕਟਿਵਲੀ ਐਕਟਿਵ ਹੋ ਜਾਂਦਾ ਹੈਗਾ ਆ। ਰੀਪਰੋਡਕਟਿਵ ਫੇਜ਼ ਐਂਡ ਹੋਇਆ ਦੈਨ ਸਟਾਰਟ ਸੀਨੈਸੈਂਸ ਫੇਜ਼ ਜਿਹਨੂੰ ਅਸੀਂ 올ਡ ਏਜ ਕਹਿੰਦੇ ਹਾਂ ਔਰ ਸੀਨੈਸੈਂਸ ਫੇਜ਼ ਜਿਹੜਾ ਹੈਗਾ ਆ ਇਟ ਅਲਟੀਮੇਟਲੀ ਲੀਡਸ ਟੂ ਡੈਥ। ਇਹ ਹੈਗਾ ਆ ਆਰਗੇਨਿਜ਼ਮ ਦਾ ਲਾਈਫ ਸਪੈਨ ਔਰ ਹਾਰਮੋਨਸ ਐਂਡ ਇਨਵਾਇਰਨਮੈਂਟਲ ਕੰਡੀਸ਼ਨਸ ਜਿਹੜੀਆਂ ਹੈਗੀਆਂ ਆ ਇਹ ਸਾਰੀਆਂ ਅਫੈਕਟ ਕਰਦੀਆਂ ਹੈਗੀਆਂ ਆ ਸਾਰੀਆਂ। ਸੋ ਬੇਟੀ ਇਹ ਜਿਹੜੇ 3 ਫੇਜ਼ਸ ਹੈਗੇ ਆ ਜੁਵੀਨਾਈਲ, ਰੀਪਰੋਡਕਟਿਵ ਐਂਡ ਸੀਨੈਸੈਂਸ ਫੇਜ਼ ਇਹਨਾਂ ਨੂੰ ਹਾਰਮੋਨਸ ਐਂਡ ਇਨਵਾਇਰਨਮੈਂਟਲ ਕੰਡੀਸ਼ਨਸ ਕੰਟਰੋਲ ਕਰਦੇ ਹੈਗੇ ਆ। ਆਈ ਹੋਪ ਕਿ ਤੁਹਾਨੂੰ ਅੱਜ ਦਾ ਲੈਕਚਰ ਜਿਹੜਾ ਉਹ ਸਮਝ ਆ ਗਿਆ ਹੋਵੇਗਾ। ਅੱਜ ਅਸੀਂ ਸੈਕਸੁਅਲ ਰੀਪਰੋਡਕਸ਼ਨ ਬਾਰੇ ਕੀਤਾ, ਯੂਨੀਸੈਕਸੁਅਲ ਬਾਈਸੈਕਸੁਅਲ ਆਰਗੇਨਿਜ਼ਮਸ ਦੇ ਬਾਰੇ ਕੀਤਾ। ਉਸ ਤੋਂ ਬਾਅਦ ਅਸੀਂ 3 ਫੇਜ਼ਸ ਲਾਈਫ ਸਪੈਨ ਦੇ ਕੀਤੇ। ਜੁਵੀਨਾਈਲ ਫੇਜ਼ ਦੈਟ ਇਜ਼ ਨੋਨ ਐਜ਼ ਗਰੋਥ ਫੇਜ਼, ਦੈਨ ਕਮਸ ਦਾ ਰੀਪਰੋਡਕਟਿਵ ਫੇਜ਼ ਜਦੋਂ ਰੀਪਰੋਡਕਟਿਵਲੀ ਐਕਟਿਵ ਹੋ ਜਾਂਦੇ ਆਰਗੇਨਿਜ਼ਮਸ। ਉਸ ਤੋਂ ਬਾਅਦ ਆਉਂਦਾ ਸੀਨੈਸੈਂਸ ਔਰ 올ਡ ਏਜ ਜਦੋਂ ਉਹਦੇ ਮੈਟਾਬੋਲਿਜ਼ਮ ਹੋਰ ਐਕਟੀਵਿਟੀਜ਼ ਉਹਦੀਆਂ ਸਲੋ ਡਾਊਨ ਹੋ ਜਾਂਦੀਆਂ ਐਂਡ ਇਟ ਅਲਟੀਮੇਟਲੀ ਲੀਡਸ ਟੂ ਡੈਥ। ਆਈ ਹੋਪ ਤੁਹਾਨੂੰ ਲੈਕਚਰ ਸਮਝ ਆ ਗਿਆ ਹੋਵੇਗਾ। ਥੈਂਕ ਯੂ।